ਸਾਰੇ ਗੁਰਮੁਖ ਧਨਤਾ ਦੇ ਯੋਗ ਹਨ, ਵਡਿਆਈ ਦੇ ਪਾਤਰ ਹਨ, ਜੋ ਇੱਕ ਸੰਗਤ ਰੂਪ ਦੇ ਵਿੱਚ ਇਕੱਤਰ ਹੋ ਕੇ ਆਪਣੇ ਜਨਮ ਤੇ ਮਰਨ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਆਪਣੇ ਸਵਾਸਾਂ ਰੂਪੀ ਜੋ ਹੀਰੇ ਆਪਾਂ ਨੂੰ ਮਿਲੇ ਆ, ਉਹਨਾਂ ਹੀਰਿਆਂ ਦੇ ਨਾਲ ਨਾਮ ਦਾ ਵਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਇਸ ਕਰਕੇ ਦਿਲ ਕਰਦਾ ਹੈ ਸਾਰੀ ਹੀ ਸੰਗਤ ਨੂੰ ਤਹਿ ਦਿਲੋਂ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਵਾਰ-ਵਾਰ ਵਡਭਾਗੇ ਆਖਿਆ ਜਾਵੇ। ਕਿਉਂਕਿ ਸਾਰੀ ਸੰਗਤ ਸ਼ਬਦ ਦੀ ਤਲਾਸ਼ ਦੇ ਵਿੱਚ ਹੈ। ਕਿਹੜਾ ਸ਼ਬਦ? ਉਹ ਸ਼ਬਦ ਜੋ ਭੁੱਲੇ ਹੋਏ ਮਨ ਨੂੰ ਘੇਰ ਕੇ ਆਪਣੇ ਘਰ ਦਾ ਰਸਤਾ ਦਿਖਾਉਂਦਾ ਹੈ। ਆਪਣੇ ਘਰ ਦਾ ਰਸਤਾ ਦਿਖਾਉਂਦਾ ਹੈ। ਵਾਰ-ਵਾਰ ਇੱਕੋ ਹੀ ਗੱਲ ਜ਼ੁਬਾਨ ਦੇ ਉੱਤੇ ਚੱਲਦੀ ਹੈ ਕਿ ਜਿਹੜਾ ਇਹ ਮਨ ਬੱਚਾ ਹੈ, ਇਹ ਆਪਣੇ ਘਰ ਦਾ ਰਸਤਾ ਭੁੱਲ ਚੁੱਕਿਆ ਹੈ, ਆਪਣਾ ਦਰ ਭੁੱਲ ਚੁੱਕਿਆ ਹੈ, ਆਪਣੇ ਪਿਤਾ ਨੂੰ ਭੁੱਲ ਚੁੱਕਿਆ ਹੈ, ਆਪਣੇ ਪਿਤਾ ਦੇ ਮੁਖ ਦੀ ਆਵਾਜ਼ ਨੂੰ ਭੁੱਲ ਚੁੱਕਿਆ ਹੈ। ਆਪਾਂ ਨੇ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਕੋਲੋਂ ਮੱਤ ਲੈ ਕੇ ਆਪਣੀ ਜੋ ਮਾਲਕ ਦੇ ਤੇ ਆਪਣੇ ਵਿਚਾਲੇ ਜੋ ਦੀਵਾਰ ਹੈ ਇੱਕ ਹਉਮੈ ਦੀ, ਇਸ ਹਉਮੈ ਨੂੰ ਦੂਰ ਕਰਕੇ ਅਸੀਂ ਇਸ ਮਨ ਨੂੰ ਸਮਝਾਉਣਾ ਕਰੀਏ। ਅਸੀਂ ਇਸ ਮਨ ਨੂੰ ਘਰ ਲੈ ਕੇ ਜਾਣ ਦਾ ਉਪਰਾਲਾ ਕਰੀਏ। ਪਾਤਸ਼ਾਹ ਗੁਰਬਾਣੀ 'ਚ ਦੱਸਦੇ ਹੈ, ਭੂਲਾ ਮਨ ਸਮਝੈ ਗੁਰ ਸ਼ਬਦੀ। ਕਹਿੰਦੇ ਭੁੱਲਿਆ ਹੋਇਆ ਮਨ ਜੇ ਸਮਝਾਉਣ ਦਾ ਕੋਈ ਯਤਨ ਕਰਦਾ ਨਾ, ਹੋਰ ਕੋਈ ਯਤਨ ਨਾ ਕਰਿਓ, ਹੋਰ ਕੋਈ ਯਤਨ ਨਾ ਕਰਿਓ। ਸਿਰਫ ਇੱਕੋ ਹੀ ਯਤਨ ਹੈ ਗੁਰਮੁਖ ਪਿਆਰਿਓ, ਗੁਰੂ ਦੇ ਸ਼ਬਦ ਦਾ। ਭੂਲਾ ਮਨ ਸਮਝੈ ਗੁਰ ਸ਼ਬਦੀ। ਫਿਰ ਕੀ ਕਰਨਾ ਪਏਗਾ? ਇਹ ਤੇ ਪਤਾ ਲੱਗ ਗਿਆ ਇੰਨਾ ਕੁ ਕਿ ਭੁੱਲਿਆ ਹੋਇਆ ਮਨ ਗੁਰੂ ਦੇ ਸ਼ਬਦ ਦੁਆਰਾ ਸਮਝ ਜਾਏਗਾ। ਇੰਨਾ ਤੇ ਪਤਾ ਲੱਗ ਗਿਆ, ਪਰ ਕਰਨਾ ਕੀ ਪਏਗਾ ਸਾਨੂੰ? ਉਹਦੇ ਲਈ ਉਪਰਾਲਾ ਤੇ ਕੋਈ ਕਰਨਾ ਪਏਗਾ ਨਾ। ਹਾਂ, ਪਾਤਸ਼ਾਹ ਅੱਗੇ ਦੱਸਦੇ ਹੈ ਕਿਹੜਾ ਉਪਰਾਲਾ ਆਪਾਂ ਨੇ ਕਰਨਾ ਹੈ। ਉਪਰਾਲਾ ਕਰਨਾ ਹੈ, ਮੇਰੇ ਸ਼ਹਿਨਸ਼ਾਹ ਨੇ ਅੱਗੇ ਸਾਡੇ ਲਈ ਸੰਕੇਤ ਦਿੱਤਾ। ਕਹਿੰਦੇ ਹਰ ਹਰ ਸਦਾ ਧਿਆਏ। ਕਹਿੰਦੇ ਜਿਨ੍ਹਾਂ ਨੇ ਭੁੱਲੇ ਹੋਏ ਮਨ ਨੂੰ ਗੁਰਸ਼ਬਦ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ, ਉਹ ਸਭ ਤੋਂ ਪਹਿਲਾ ਕਦਮ ਹੈ ਉਸ ਦਾ, ਉਸ ਹਰੀ ਨੂੰ ਧਿਆਉਣਾ, ਉਸ ਹਰੀ ਦੀ ਆਰਾਧਨਾ ਕਰਨੀ, ਉਸ ਹਰੀ ਦੀ ਬੰਦਗੀ ਕਰਨੀ, ਉਸ ਹਰੀ ਦੀ ਬੰਦਗੀ ਕਰਨੀ। ਹੁਣ ਆਪਾਂ ਗੁਰਮੁਖ ਪਿਆਰਿਓ ਸੁੱਖ ਚਾਹੁੰਦੇ ਹਾਂ ਸਾਰੇ ਜਣੇ। ਸੁੱਖ ਕੋਈ ਕਿਸੇ ਥਾਂ ਤੋਂ ਸੁੱਖ ਲੱਭਦਾ, ਕੋਈ ਕਿਸੇ ਥਾਂ ਤੋਂ ਸੁੱਖ ਲੱਭਦਾ। ਭਾਵ ਕੋਈ ਮੰਦਿਰਾਂ ਦੇ ਵਿੱਚੋਂ ਸੁੱਖ ਲੱਭਦਾ, ਕੋਈ ਡੇਰਿਆਂ ਦੇ ਵਿੱਚੋਂ ਸੁੱਖ ਲੱਭਦਾ, ਕੋਈ ਮਾਇਆ ਦੇ ਵਿੱਚੋਂ ਸੁੱਖ ਲੱਭਦਾ, ਕੋਈ ਸ਼ਰਾਬ ਪੀਣ ਦੇ ਵਿੱਚੋਂ ਸੁੱਖ ਲੱਭਦਾ, ਕੋਈ ਜੂਏ ਖਾਨਿਆਂ ਦੇ ਵਿੱਚੋਂ ਸੁੱਖ ਲੱਭਦਾ। ਪਰ ਭਗਤ ਕਹਿੰਦੇ ਹੈ, ਕਹਿੰਦੇ ਸੁੱਖ ਉਹ ਹਰੀ ਦੀ ਭਗਤੀ ਤੋਂ ਬਿਨਾਂ ਨਹੀਂ ਮਿਲਣਾ। ਜਿਹੜਾ ਸੁੱਖ ਹੈ ਨਾ, ਹਰੀ ਦੀ ਭਗਤੀ ਤੋਂ ਬਗੈਰ ਨਹੀਂ ਮਿਲਣਾ। ਗੁਰਬਾਣੀ ਦਾ ਫਰਮਾਨ ਹੈ, ਸੁਖ ਨਾਹੀ ਰੇ ਹਰ ਭਗਤ ਬਿਨਾ। ਕਹਿੰਦੇ ਸੁੱਖ ਨਹੀਂ ਹੈ ਹਰੀ ਦੀ ਭਗਤੀ ਤੋਂ ਬਗੈਰ। ਬੇਸ਼ੱਕ ਇਨਸਾਨ ਜਿੰਨੇ ਮਰਜ਼ੀ ਹੱਥ ਕੰਢੇ ਅਪਣਾ ਲਵੇ, ਸੁੱਖ ਨਹੀਂ ਮਿਲਣਾ। ਹੋਰ ਵੀ ਸਾਹਿਬਾਂ ਨੇ ਕਈ ਵਾਰ ਸ਼ਬਦਾਂ ਦੇ ਵਿੱਚ ਸਮਝਾਉਣਾ ਕੀਤਾ ਹੈ। ਪਾਤਸ਼ਾਹ ਕਹਿੰਦੇ ਸੁੱਖ ਨਾਹੀਂ ਬਹੁਤਾ ਧਨ ਖਾਟੇ, ਸੁੱਖ ਨਾਹੀਂ ਭੇਖੇ ਨਿਰਤ ਨਾਟੇ। ਹੁਣ ਬਾਦਲ ਹੋਰਾਂ ਕੋਲੇ, ਮੰਤਰੀਆਂ ਕੋਲੇ ਕੋਈ ਪੈਸੇ ਦੀ ਘਾਟ ਨਹੀਂ, ਪਰ ਆਤਮਿਕ ਸੁੱਖ ਨਹੀਂ ਉਹਨਾਂ ਦੇ ਕੋਲ। ਬੇਸ਼ੱਕ ਪੈਸੇ ਨਾਲ ਬੜੇ ਸੋਹਣੇ ਬੈੱਡ, ਗੱਦੇ, ਪੋਲੇ ਗੱਦੇ, ਆਰਾਮਦਾਇਕ
सारा कुछ अपने लिए उन्होंने उपलब्ध किया होया। बाहर दिखावे तौर के उत्ते बड़े सुखी ने, पर अंदरों मन नूं पुछ के वेखो, मन सुखी नहीं है। जिहड़ी मन की शांति है ना गुरमुखो, वो बाहरों किते खरीदी ना नहीं जा सकती। किसी हीरे दे नाल, किसी सोने दे नाल, किसी पैसे दे नाल, किसी सिफारिश दे नाल कितों भी खरीदी नहीं जा सकती। कोई डॉक्टर, कोई वैद, कोई हकीम इस सुख नूं नहीं दे सकता। सिर्फ ये सुख, अध्यात्मक दा सुख, ये सुख मालिक ही दे सकता है। इसे करके पातशाह ने गुरबाणी च आखिया है, सुख नाही बहुता धन खाटे, सुख नाही पेखे निरत नाटे। निरत नाटे हुंदे है ये नाटक झेटक जो आपां टीवी दे उत्ते पहलां वेखदे सी, अजकल मोबाइलों के उत्ते वेखी जाने आ। ये नाटक झेटक, इस नूं कहंदे आ निरत नाटे। सुख नाही बहु देश कमाए, कहंदे बड़े देशों दे विच विदेशों दे विच जाके देख लिया, कितों सुख नहीं मिलिया। आखिरकार जे सुख लैना मेरे पातशाह दस रहे है गुरबाणी दे विच, कहंदे सुख ते भगता, सुख ते भलिया, सुख ते दोस्ता, तैनूं हरि दे नाम दे नाल मिलना है। और वो हरि दा नाम भी तू अंदरों लमे, अंदरों आवाज़ निकले, अंदरों पकार निकले गुरमुखो, वो तां सुख मिलना है। जे असी मुख दे उत्ते राम राम कर रहे हैं ना, अंदरों आवाज़ नहीं निकली, तड़फ नहीं निकली अंदरों, नहीं सुख मिलना। नहीं सुख मिलना जिथे मर्जी भजे फिरदे रहिए। जदों अंदरों अपने आप नूं भुला दिंने आ, अपने आप नूं मालिक दे हवाले कर दिंने आ, अपने आप नूं समर्पण कर दिंने आ, पर असी ते समर्पण उस काल नूं कीता होया अपना। असी काल नूं समर्पण कीता होया, असी निरंकार नूं समर्पण नहीं कीता। जिन्नी देर निरंकार नूं समर्पण नहीं करते, उन्नी देर सुख नहीं मिलना। पातशाह कहंदे सर्ब सुखां नानक हर गुण गाए। कहंदे सारे सुख जिहड़े मिलने हैं ना, वो हरि दे गुण गाउण नाल मिलने हैं। ते हरि दे गुण भी साध, हरि दे गुण भी अंदरले दिलों, गुरु दी मत द्वारा, स्वार्थां तो उत्ते उठ के। कोई डिमांड ना रखो मालिक दे अगे, कोई डिमांड ना रखो। क्यों? क्योंकि गुरमुख प्यारे वो साडे अंदर दियां जानदा है, साडे अंदर दियां जानदा है। उस नूं पता है साडी तार कित्थे खड़कदी है, साडी तार कित्थे खड़कदी है। इसे करके मेरे साहिबा ने आखे, बिन बोलिया सब किछ जानदा, किस आगे कीचे अरदास। तू किस दे अगे अरदास कर दें, वो तो सारा कुछ जानदा है। तेरे अंदर दी जानदा है, तेरे बाहर दी जानदा है। किहदे अगे अरदासां करदें, किहदे अगे जोदड़ियां करदें, किहदे अगे बेनतियां करदें। इस करके गुरमुख प्यारो, जो असी करने ना, उस दे कोलों आपां छुपा नहीं सकते। ठीक है, सज्जे खब्बे वालियां तो छुपा सकते हैं, परिवार तो छुपा सकते हैं, सच्चे खब्बे तो छुपा लांगे, परिवार कोलों छुपा लांगे, रिश्तेदारां कोलों छुपा लांगे, नहीं छुपा सकते। हुण जो अज दी आपां स्टोरी वल वधदे हां, विचार आई सी दास दे मन दे विच कि अज दो चीज़ां दे उत्ते थोड़ा जोर दिता जाए। एक ते असी रात नूं जदों इस लोक नूं छड्ड के परलोक दे विच जाना है, वो किस तरीके नाल जाया जावे। इस लोक नूं छड्ड के परलोक दे विच जाना है, अते दोबारा उस परलोक दे विचों जदों वापस असी इस देश दे विच आउणे आ, उदों असी ने की करना है,
सानू किहड़ियां-किहड़ियां सावधानियां की जरूरत है, की करना चाहिए सानू कि जे असी सावधानियां नहीं वरतांगे साडा कोई नुकसान है। अज आपां उस दे प्रति साहिबां दे चरनां दे विच बेनती जोदड़ी करांगे कि मेरे पातशाह सानू समझाउणा करो। हुण आपां ज्यों ही अमृत वेला होया अपने इंडिया दा, इंडिया जिन्नी ही संगत बाहर फॉरन कंट्रियां दे विच बैठी है, जिथे कई थावां ते हुण शाम है, जिन्ना कैनेडा अमेरिका, इत्थे हुण शाम है। अपने दिन चढ़ जाता है, उत्थे रात हो जाती है, अपने रात हो जाती है, उत्थे दिन चढ़ जाता है। कई थावां ते 5 घंटे का फर्क है, कई थावां ते 7 घंटे का फर्क है, कई थां ते 12 घंटे का फर्क है। तो हुण आपां जदों इस वेले मात लोक दे उत्ते आए हाँ, आए कित्थों आए हाँ, ये आपां थोड़ा जिहा शुरुआत करिए। ये गुरमुखो दिन ते रात का खेल है, यह दिन ते रात का खेल है। आपां रात सारे इस देश नूं छड्ड के गए सी, कोई घंटा पहला, कोई बाद दे विच, कोई 10 मिनट पहला, कोई 10 मिनट बाद दे विच इस देश नूं छड्ड के चले गए सी। अते वापस हुण सवेरे कोई 4 बजे, कोई 3 बजे, कोई 2 बजे, कोई 7 बजे दोबारा इस देश दे विच परते हैं। ये हर रोज़ ही आउने आ, आपां हर रोज़ ही जाने आ। इसे करके साहिबां ने आखे दिवस रात दोदाई दाया, खेलै सागल जगत। ये दिन ते रात का खेल है, सारा ही संसार इस खेल नूं खेलण दे लई आया। हुण आपां विचार करांगे कि जदों असी सवेरे इत्थे आए हाँ कि इत्थे आउण दे नाल किहड़ियां-किहड़ियां सावधानियां वरतणियां ने। जे वो सावधानियां दास दे मुख चों निकलणगीਆਂ कि वो दास ने अपने वल्लों बनाईਆਂ ने जां मेरे साहिबां ने आपां नूं हदायत दित्ती है। गुरमुखो दास कोई भी चीज़ अपने वल्लों संगत के सामने पेश नहीं करेगा, सारी चीज़ मेरे साहिबां ने दास नूं समझाउणा कीता है। सारी ही चीज़ साहिबां ने ही दास नूं समझाउणा कीता है अते वो गुरबाणी दे विच दर्ज है। हुण पातशाह की कहंदे है, कहंदे जदों तू इस लोक नूं छड्ड के परलोक विच जाएगा तैनूं सावधानी दी लोड़ है। क्यों? जिद्दां गुरमुख प्यारिओ सेम अपने बच्चिਆਂ ਨੂੰ ਆਪਾਂ जहाज़ चाढ़ के आउने आ अते जांदे बच्चिਆਂ ਨੂੰ ਆਪਾਂ ਜ਼ਰੂਰਤ ਮੁਤਾਬਕ ਧਨ ਦਿੰਨੇ ਆ ਕਿ ਆ ਧਨ ਤੂੰ ਲੈ ਜਾ, ਉੱਥੇ ਰਸਤੇ ਦੇ ਵਿੱਚ ਤੈਨੂੰ ਲੋੜ ਪਏਗੀ, ਉੱਥੇ ਜਾਣ ਸਾਰ ਤੈਨੂੰ ਲੋੜ ਪਏਗੀ, ਇਹ ਰਸਤੇ ਦੇ ਵਿੱਚ ਜ਼ਰੂਰਤ ਪੈਣ ਦੇ ਉੱਤੇ ਤੂੰ ਖਰਚ ਕਰ ਲਈ, ਆ ਧਨ ਤੈਨੂੰ ਦੇ ਕੇ ਭੇਜ ਰਹੇ ਆ, ਅੱਗੇ ਜਾ ਕੇ ਤੂੰ ਆਪਣੀ ਕਮਾਈ ਕਰ ਲਈ ਅਤੇ ਕਮਾਈ ਕਰਕੇ ਤੂੰ ਉੱਥੋਂ ਸਾਨੂੰ ਭੁੱਲ ਨਹੀਂ ਜਾਣਾ, ਜਾ ਕੇ ਉੱਥੇ ਤੈਨੂੰ ਸੁੱਖ ਮਿਲਣੇ बड़ी प्रकार दे। उन्हां सुखां दे विच जाके माता पिता नूं ना भुल जाई, माता पिता नूं तू याद रखी। सानू कदे कदाई फोन भी कर लिया करी अते ये भी ध्यान रखी कि मैं करजाई हो के आया, मेरे माता पिता ने तैनूं कर्ज चुक के इस विदेश दे विच भेजे। बिल्कुल सेम एक कहानी है गुरमुख प्यारिओ, सेम एक कहानी ਜਿਹੜੀ ਆਪਾਂ ਆਪਣੇ ਬੱਚਿਆਂ ਨੂੰ ਵਿਦੇਸ਼ ਜਾਂਦਿਆਂ ਨੂੰ ਹਦਾਇਤ ਦਿੰਦੇ ਹਾਂ, ਐਦਾਂ ਹੀ ਜਦੋਂ ਅਸੀਂ ਇਸ ਮਾਤ ਲੋਕ ਦੇ ਵਿੱਚ ਆਉਨੇ ਆ, ਸਾਨੂੰ ਵੀ ਸਾਡਾ ਪਿਤਾ ਹਦਾਇਤ ਦਿੰਦਾ ਹੈ। ਸਾਨੂੰ ਵੀ ਸਾਡਾ ਪਿਤਾ ਕਹਿੰਦਾ ਮੈਂ ਤੈਨੂੰ ਕਰਜ਼ਾ ਚੁੱਕ ਕੇ ਭੇਜ ਰਿਹਾ। ਕਿਹੜਾ ਕਰਜ਼ਾ? ਹੁਣ ਸੰਗਤ ਨੇ ਕਹਿਣਾ ਵੀਰ ਜੀ ਮਾਲਕ ਨੂੰ ਵੀ ਕੋਈ ਕਰਜ਼ਾ ਚੁੱਕਣ ਦੀ ਲੋੜ ਪਈ। ਹਾਂ ਗੁਰਮੁਖ ਪਿਆਰਿਓ, ਕਰਜ਼ਾ ਹੀ ਸਮਝੋ ਇਹ। बेशक मालिक दे अपने स्टोर ने, पर आपां नूं ते करजा दे रहे मालिक, आपां नूं ये करजा दे रहे। इस स्टोरां दे विच जिहड़ी ये पौण कत्तर कीती हुई है, पौण जमा कीती हुई है, ये सिर्फ अपने हिस्सिਆਂ ਦੇ मुताबक है।
ਜ਼ਰੂਰਤ ਤੋਂ ਜ਼ਿਆਦਾ ਕੁਛ ਨਹੀਂ ਹੈ। ਸਾਰੀ ਚੀਜ਼ ਆਪਣੇ ਉੱਤੇ ਵੰਡੀ ਹੋਈ ਹੈ, ਨਿਰਭਰ ਕਰਦਾ। ਉੱਦਾਂ ਬੇਸ਼ੱਕ ਮਾਲਕ ਦੇ ਸਟੋਰਾਂ ਦੇ ਵਿੱਚ ਨਾ ਪਾਉਣ ਦੀ ਘਾਟ ਹੈ, ਨਾ ਅਗਨੀ ਦੀ ਘਾਟ ਹੈ, ਨਾ ਜਲ ਦੀ ਘਾਟ ਹੈ। ਇਹ ਤਿੰਨੇ ਚੀਜ਼ਾਂ ਮੇਨ ਨੇ, ਪਾਉਣ, ਪਾਣੀ, ਅਗਨੀ। ਇਹ ਤਿੰਨੇ ਬਹੁਤ ਨੇ ਸਟੋਰ ਦੇ ਵਿੱਚ, ਪਰ ਆਪਣੇ ਹਿੱਸੇ ਦੇ ਵਿੱਚ ਕੁਝ ਆਉਣ ਆਈ ਹੈ। ਹਰ ਇੱਕ ਚੀਜ਼ ਵੰਡੀ ਹੋਈ ਹੈ। ਜਿੱਦਾਂ ਇਸ ਧਰਤੀ 'ਤੇ ਆਪਾਂ ਵੇਖਦੇ ਹਾਂ ਨਾ, ਇਹ ਧਰਤੀ ਦੇ ਉੱਤੇ ਵਿਸਵਾ ਥਾਂ ਵੀ ਵੰਡੀ ਹੋਈ ਹੈ ਗੁਰਮੁਖੋ। ਵਿਸਵਾ ਮਰਲਾ ਮਰਲੇ ਤੱਕ ਵੀ ਥਾਂ ਵੰਡੀ ਹੋਈ ਹੈ। ਹਿੱਸੇ ਬੈਠੇ ਨੇ, ਸਾਰੇ ਹਿੱਸੇ ਆਏ ਆ ਸਾਰਿਆਂ ਦੇ। ਐਦਾਂ ਹੀ ਜਿੱਦਾਂ ਨੀਚੇ ਵਾਲੇ ਮਾਤ ਲੋਕ ਦੇ ਜ਼ਮੀਨ ਜਾਇਦਾਦ, ਪਾਣੀ, ਜਿੱਦਾਂ ਨਹਿਰਾਂ ਦਾ ਪਾਣੀ ਆਪਾਂ ਵਰਤਦੇ ਹਾਂ, ਭਾਵ ਸਾਰਾ ਕੁਝ ਵੰਡਿਆ ਹੋਇਆ। ਐਦਾਂ ਹੀ ਉੱਤੇ ਸਟੋਰਾਂ ਦਾ ਵੰਡਿਆ ਹੋਇਆ। ਇਹ ਵੀ ਆਪਾਂ ਨੂੰ ਆਪਣੇ ਹਿੱਸੇ ਦੇ ਵਿੱਚ ਆਇਆ। ਜਿਹੜੀ ਪੌਣ ਸਾਡੇ ਹਿੱਸੇ ਦੇ ਵਿੱਚ ਆਈ ਹੈ, ਉਹ ਆਪਾਂ ਨੂੰ ਕਰਜ਼ੇ ਦੇ ਵਜੋਂ ਮਾਲਕ ਦੇ ਰਿਹਾ ਕਿ ਆ ਤੂੰ ਇੰਨੀ ਪੌਣ ਲੈ ਜਾ। ਇੰਨੀ ਪੌਣ ਲਿਜਾ ਕੇ ਤੇਰਾ ਕੰਮ ਹੈ ਉੱਥੇ ਜਾ ਕੇ ਨਾਮ ਦਾ ਵਪਾਰ ਕਰਨਾ। ਉੱਥੇ ਜਾ ਕੇ ਤੈਂ ਨਾਮ ਦਾ ਵਪਾਰ ਕਰਨਾ। ਇਸੇ ਪੌਣ ਦੇ ਉੱਤੇ ਗੁਰਮੰਤਰ ਦੀ ਮੋਹਰ ਲਾ ਕੇ ਵਾਪਸ ਤੂੰ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਈ ਜਾਈਂ। ਇਹ ਕੰਮ ਕਰਨ ਆਏ ਸੀ ਆਪਾਂ ਅਸਲੀ 'ਤੇ, ਵੀ ਇਸੇ ਪੌਣ ਨੂੰ ਤਬਦੀਲ ਕਰਨਾ। ਬਸ ਇਸੇ ਪੌਣ ਦੇ ਗੁਰਮੰਤਰ ਦੀ ਮੋਹਰ ਲਾ ਕੇ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਣੀ ਸੀ। ਅਤੇ ਇਹ ਵੀ ਕਹਿ ਦਿੱਤਾ ਸੀ ਕਿ ਜਿਹੜੀ ਸਵਾਸਾਂ ਰੂਪੀ ਰਤਨਾਂ ਦੇ ਤੂੰ ਪੌਣ ਮੋਹਰ ਲਾ ਦਿੱਤੀ, ਉਹਨਾਂ ਨੂੰ ਸੰਭਾਲ ਕੇ ਵੀ ਰੱਖ ਲੈ। ਕਿਤੇ ਇਹ ਨਾ ਹੋਵੇ ਇੱਕ ਪਾਸੇ 'ਤੇ ਤੂੰ ਧਨ ਇਕੱਠਾ ਕਰੀ ਜਾਂਦਾ ਅਤੇ ਦੂਜੇ ਪਾਸੇ ਤੇਰੇ ਉਸ ਧਨ ਨੂੰ ਕੋਈ ਲੁੱਟੀ ਜਾਵੇ। ਦੂਜੇ ਪਾਸੇ ਇਸ ਧਨ ਨੂੰ ਕੋਈ ਲੁੱਟੀ ਜਾਵੇ। ਕਹਿੰਦੇ ਧਿਆਨ ਰੱਖੀ। ਕੀ ਆਖਿਆ ਪਾਤਸ਼ਾਹ ਨੇ? ਪਾਤਸ਼ਾਹ ਕਹਿੰਦੇ ਵਣਜ ਕਰੋ ਵਣਜਾਰਿਓ, ਵਣਜਾਰਿਓ ਵਪਾਰ ਕਰ ਲਓ। ਵੱਖਰ ਲਿਹੋ ਸੰਭਾਲ। ਵੱਖਰ ਕੀ? ਉਹ ਵਸਤੂ ਜਿਹੜੀ ਆਪਾਂ ਨੇ ਵਣਜ ਦੇ ਵਿੱਚ ਖਰੀਦੀ ਹੈ, ਜਿਹੜੀ ਚੀਜ਼ ਦਾ ਵਣਜ ਕੀਤਾ ਅਸੀਂ, ਜਿਹੜੀ ਬਦਲੇ ਸਵਾਸ ਦੇ ਕੇ, ਜਿਹੜੀ ਤੇ ਉੱਤੇ ਆਪਾਂ ਗੁਰਮੰਤਰ ਦੀ ਮੋਹਰ ਲਾਈ ਹੈ, ਕਹਿੰਦੇ ਉਸ ਨੂੰ ਸੰਭਾਲ ਕੇ ਰੱਖਿਓ। ਉਹ ਵਸਤੂ ਵੱਖਰ ਲਿਹੋ ਸੰਭਾਲ। ਭਾਵ ਜਿਹੜੇ ਆਪਾਂ ਸਵਾਸ ਗੁਰਮੰਤਰ ਦੀ ਮੋਹਰ ਲਾ ਕੇ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾ ਦਿੰਦੇ ਹਾਂ, ਉਹ ਲੁੱਟਦੇ ਕਦੋਂ ਨੇ? ਚੋਰ ਕਿਵੇਂ ਲੁੱਟਦੇ ਆ ਉਹਨਾਂ ਨੂੰ? ਜਦੋਂ ਗੁਰਮੁਖ ਪਿਆਰਿਓ ਅਸੀਂ ਨਿੰਦਿਆ, ਚੁਗਲੀ, ਬੈਰ ਅਤੇ ਵਿਰੋਧ ਕਰਨੀ ਸ਼ੁਰੂ ਕਰ ਦਿੰਦੇ ਹਾਂ ਨਾ, ਉਦੋਂ ਉਹ ਲੁੱਟ ਲੈਂਦੇ ਆ। ਕਿਉਂ? ਕਿਉਂਕਿ ਕਾਲ ਉਸ ਵੇਲੇ ਸਾਡੇ ਨੇਤਰਾਂ 'ਤੇ, ਸਾਡੇ ਕੰਨਾਂ 'ਤੇ, ਸਾਡੀ ਜੀਭਾ 'ਤੇ ਜਾਲ ਪਾ ਦਿੰਦਾ ਹੈ। ਸਾਨੂੰ ਉਹ ਦਿਖਾਈ ਨਹੀਂ ਦਿੰਦਾ ਕਿ ਉਹ ਸਾਡੀ ਚੀਜ਼ ਨੂੰ ਲੁੱਟ ਰਿਹਾ। ਸਾਡੇ ਨੇਤਰਾਂ 'ਤੇ, ਸਾਡੇ ਕੰਨਾਂ 'ਤੇ, ਸਾਡੇ ਰਸ਼ਨਾਂ ਦੇ ਉੱਤੇ ਇਹ ਜਾਲ ਪਾ ਦਿੰਦਾ ਗੁਰਮੁਖੋ। ਆਖੇ ਪਾਤਸ਼ਾਹ ਨੇ, ਪਾਤਸ਼ਾਹ ਕਹਿੰਦੇ ਕਾਲ ਜਾਲ ਜੀਵਾ ਔਰ ਨੈਣੀ। ਕਹਿੰਦੇ ਕਾਲ ਨੇ ਜਾਲ ਪਾਤਾ ਜੀਵਾ ਦੇ ਉੱਤੇ ਅਤੇ ਨੈਣਾ ਦੇ ਉੱਤੇ। ਕਾਨੀ ਕਾਲ, ਕਾਨੀ ਭਾਵ ਕੰਨਾਂ ਦੇ ਉੱਤੇ। ਕਾਨੀ ਕਾਲ ਸੁਣੇ ਬਿਖ ਬਹਿਣੀ। ਇਹਨਾਂ 'ਤੇ ਜਾਲ ਪਾਉਣ ਕਰਕੇ ਗੁਰਮੁਖ ਪਿਆਰਿਓ ਸਾਨੂੰ ਪਤਾ ਨਹੀਂ ਲੱਗਦਾ ਸਾਡਾ ਵਪਾਰ ਕੀਤਾ ਹੋਇਆ ਇਹ ਧਨ ਨੂੰ ਲੁੱਟ ਲੈਂਦੇ ਆ। ਇਸ ਧਨ ਨੂੰ ਲੁੱਟ ਲੈਂਦੇ ਆ। ਹੁਣ ਅਸੀਂ ਵਪਾਰ ਕਰਨ ਦੇ ਲਈ ਵਿਦੇਸ਼ ਦੇ ਵਿੱਚ ਆਪਣਾ ਬੱਚਾ ਭੇਜਿਆ। ਜੇ ਉਹ ਬੱਚਾ ਜਾ ਕੇ ਉੱਥੇ ਸਾਨੂੰ ਭੁੱਲ ਜਾਵੇ, ਉੱਥੇ ਜਾ ਕੇ ਸੁੱਖ ਦੇ ਵਿੱਚ, ਆਰਾਮ ਦੇ ਵਿੱਚ ਲਟਰ ਮਸਤੀਆਂ ਕਰਨੀਆਂ ਸ਼ੁਰੂ ਕਰ ਦੇਵੇ, ਮਾੜੇ ਬੱਚਿਆਂ ਦੇ ਨਾਲ ਸੰਗਤ ਹੋ ਜਾਵੇ, ਉਹ ਉੱਥੇ ਨਸ਼ਾ ਵਗੈਰਾ ਕਰਨਾ ਸ਼ੁਰੂ ਕਰ ਦੇਵੇ, ਉਹ ਪੈਸਾ ਹੈ ਜਿਹੜਾ ਉਹ ਨਸ਼ੇ ਦੇ ਵਿੱਚ ਬਰਬਾਦ ਕਰੇਗਾ। ਜਿਹੜਾ ਧਨ ਕਮਾਏਗਾ ਉਹ ਨਸ਼ੇ ਦੇ ਵਿੱਚ ਬਰਬਾਦ ਕਰੇਗਾ। ਨਾ ਤਾਂ ਉਹ ਮਾਂ ਬਾਪ ਨੂੰ ਯਾਦ ਕਰੇਗਾ, ਨਾ ਉਹ ਆਪਣੇ ਕਰਜ਼ੇ ਨੂੰ ਯਾਦ ਕਰੇਗਾ। ਉਹ ਸਾਰਾ ਕੁਝ ਪਿਛੋਕੜ ਭੁੱਲ ਚੁੱਕਿਆ ਹੁੰਦਾ ਗੁਰਮੁਖ ਪਿਆਰੇ। ਇਹੀ ਹੀਲਾ ਆਪਣੇ ਮਨ ਦਾ ਹੈ। ਆਪਾਂ ਵੀ ਵਿਦੇਸ਼ ਦੇ ਵਿੱਚੋਂ ਵਪਾਰ ਕਰਨ ਦੇ ਲਈ ਅੱਜ ਨਹੀਂ ਆਏ, ਆਪਾਂ ਨੂੰ ਤਾਂ ਕਈ ਯੁੱਗ ਹੋ ਗਏ ਆਇਆਂ ਨੂੰ। ਆਪਾਂ ਵਾਪਸ ਆਪਣੇ ਘਰ ਨਹੀਂ ਪਰਤੇ। ਆਪਾਂ ਵਾਪਸ ਆਪਣੇ ਘਰ ਨਹੀਂ ਪਰਤੇ ਗੁਰਮੁਖੋ। ਆਪਾਂ ਇੱਥੇ ਹੀ ਆ ਕੇ ਵਿਦੇਸੀ ਹੋ ਗਏ, ਪਰਦੇਸੀ ਹੋ ਗਏ।
ਜਾਣਾ ਵਾਪਸ ਸੀ, ਹਰ ਰੋਜ਼ ਦਾ ਹੁਕਮ ਸੀ। ਪਰ ਜਾਂਦੇ ਹਾਂ ਆਪਾਂ, ਹੁਣ ਵੀ ਜਾਂਦੇ ਹਾਂ। ਇੱਥੇ ਵੀ ਥੋੜ੍ਹਾ ਜਿਹਾ ਡਿਫਰੈਂਸ ਆ ਗਿਆ। ਸੰਗਤ ਨੇ ਕਹਿਣਾ ਕਿ ਵੀਰ ਜੀ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅਸੀਂ ਪਰਦੇਸੀ ਹੋ ਗਏ ਜੋਗਾਂ ਤੋਂ, ਕਦੇ ਆਪਣੇ ਘਰ ਨਹੀਂ ਗਏ ਵਾਪਸ, ਅਤੇ ਦੂਜੇ ਪਾਸੇ ਕਹਿ ਰਹੇ ਹੋ ਕਿ ਇਹ ਦਿਨ ਅਤੇ ਰਾਤ ਦਾ ਖੇਲ ਹੈ, ਆਪਾਂ ਲੋਕ ਅਤੇ ਪਰਲੋਕ ਜਾਂਦੇ ਹਾਂ ਹਰ ਰੋਜ਼। ਹਾਂ, ਡਿਫਰੈਂਸ ਹੈ ਗੁਰਮੁਖ ਪਿਆਰਿਓ, ਫਰਕ ਹੈ। ਇਸ ਦੇਸ਼ ਦੇ ਵਿੱਚੋਂ ਸਾਨੂੰ ਮਜਬੂਰੀ ਵਸ ਜਾਣਾ ਪੈਂਦਾ। ਅਸੀਂ ਜਾ ਰਹੇ ਹਾਂ ਨਾ, ਜਾਂਦੇ ਹਾਂ ਰੋਜ਼, ਮਜਬੂਰੀ ਵਸ ਜਾਂਦੇ ਹਾਂ। ਜੇ ਅਸੀਂ 4 ਦਿਨ ਜਿੱਦ ਕਰ ਲਈਏ, 4 ਦਿਨ ਆਪਾਂ ਜਿੱਦ ਕਰ ਲਈਏ ਨਾ ਕਿ ਮੈਂ ਇਸ ਦੇਸ਼ ਦੇ ਵਿੱਚੋਂ ਜਾਣਾ ਨਹੀਂ, ਗੁਰਮੁਖੋ, ਅਸੀਂ ਆਪਣਾ ਸੰਤੁਲਨ ਖੋ ਬੈਠਾਂਗੇ। ਅਸੀਂ ਆਪਣਾ ਸੰਤੁਲਨ ਖੋ ਬੈਠਾਂਗੇ, ਅਸੀਂ ਪਾਗਲ ਹੋ ਜਾਵਾਂਗੇ, ਪਾਗਲ। ਕਿਵੇਂ? ਜੇ ਅਸੀਂ 4 ਦਿਨ ਨੀਂਦੇ ਰਹਿ ਜਾਵਾਂਗੇ ਨਾ, ਅਸੀਂ ਸੌਂ ਕੇ ਹੀ ਇਹ ਦੇਸ਼ ਨੂੰ ਛੱਡ ਕੇ ਪਰਲੋਕ ਜਾਂਦੇ ਹਾਂ। ਜਿੱਦਾਂ ਪਹਿਲਾਂ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਸੁੱਤਾ ਬੰਦਾ ਮਰਿਆਂ ਦੇ ਬਰਾਬਰ ਹੈ। ਅਸੀਂ ਸੌਂ ਕੇ ਵੀ ਉੱਥੇ ਜਾਂਦੇ ਹਾਂ ਜਿੱਥੇ ਆਪਾਂ ਨੇ ਮਰ ਕੇ ਜਾਣਾ। ਇਸ ਦੇਸ਼ ਨੂੰ ਆਪਾਂ ਛੱਡ ਜਾਂਦੇ ਹਾਂ ਸੌਂ ਕੇ, ਹਰ ਰੋਜ਼ ਛੱਡਦੇ ਹਾਂ, ਹਰ ਰੋਜ਼। ਇਹ ਵੀ ਇੱਕ ਹੁਕਮ ਹੈ ਉਸ ਵਿਧਾਤੇ ਦਾ, ਸਾਨੂੰ ਮਜਬੂਰੀ ਵਸ ਜਾਣਾ ਪੈਂਦਾ। ਮਾਲਕ ਆਪ ਕਾਲ ਨੂੰ ਹੁਕਮ ਦਿੰਦੇ ਆ ਕਿ ਮੇਰਾ ਬੱਚਾ 14-15 ਘੰਟਿਆਂ ਤੋਂ ਵਾਪਸ ਨਹੀਂ ਆਇਆ, ਉਸ ਨੂੰ ਆਪਣੇ ਦੇਸ਼ ਵਾਪਸ ਭੇਜ ਦੇ। ਕਾਲ ਇੱਥੇ ਫਿਰ ਗੁਰਮੁਖੋ ਜੁਗਤੀ ਵਰਤਦਾ। ਜੁਗਤੀ ਕਿੱਦਾਂ ਵਰਤਦਾ ਕਾਲ? ਕਾਲ ਜੁਗਤੀ ਇਸ ਤਰੀਕੇ ਨਾਲ ਵਰਤਦਾ ਹੈ ਕਿ ਕਾਲ ਸਭ ਤੋਂ ਪਹਿਲਾਂ ਭਵਜਲ ਨੂੰ ਬੰਦ ਕਰ ਦਿੰਦਾ, ਫਿਰ ਸੂਰਜ ਨੂੰ ਚੰਦਰਮਾ ਵਾਲੇ ਪਾਸੇ ਕਰ ਦਿੰਦਾ, ਫਿਰ ਗੁਰਮੁਖ ਪਿਆਰਿਓ ਸੂਰਜ ਨੂੰ ਚੰਦਰਮਾ ਵਾਲੇ ਪਾਸੇ ਕਰਕੇ ਫਿਰ ਉੱਥੋਂ ਦੀ ਮਨ ਬੱਚੇ ਨੂੰ ਬਾਹਰ ਕੱਢ ਦਿੰਦਾ। ਇਸ ਦੇਸ਼ 'ਚੋਂ ਮਨ ਬੱਚੇ ਨੂੰ ਬਾਹਰ ਕੱਢ ਦਿੰਦਾ। ਭਾਵ ਇਹ ਬਾਰਡਰ ਹੈ, ਜਿੱਦਾਂ ਅਮਰੀਕਾ ਦੇ ਕੈਨੇਡਾ ਦਾ ਬਾਰਡਰ ਹੈ ਨਾ, ਉੱਥੇ ਉਸ ਬਾਰਡਰ 'ਤੇ ਲੋਕ ਪਕੜੇ ਜਾਂਦੇ ਆ, ਕ੍ਰੋਸ ਕਰਦੇ। ਕਿਉਂ? ਉਹਨਾਂ ਕੋਲ ਕਾਗਜ਼ਾਤ ਨਹੀਂ ਹੁੰਦੇ। ਐਦਾਂ ਮਨ ਵੀ ਇਸ ਬਾਰਡਰ ਨੂੰ ਜੋ ਕ੍ਰੋਸ ਕਰਦਾ, ਉਹ ਕਾਲ ਦੀ ਹਦਾਇਤ ਦੇ ਮੁਤਾਬਕ ਕਰਦਾ। ਇਹ ਸਾਰਾ ਖੇਲ ਉਹੀ ਬਾਰਡਰਾਂ ਦਾ, ਉਹੀ ਬਾਹਰ ਦਾ ਅਤੇ ਉਹੀ ਅੰਦਰ ਦਾ। ਥੋੜ੍ਹੀ ਥੋੜ੍ਹੀ ਤਬਦੀਲੀ ਹੈ, ਬਸ ਫਰਕ ਹੈ ਥੋੜ੍ਹਾ ਥੋੜ੍ਹਾ। ਅਤੇ ਫਿਰ ਸਵੇਰੇ ਵਾਪਸ ਆ ਜਾਂਦਾ। ਪਾਤਸ਼ਾਹ ਨੇ ਇਹ ਗੁਰਬਾਣੀ ਦੇ ਵਿੱਚ ਸਮਝਾਇਆ। ਪਾਤਸ਼ਾਹ ਕਹਿੰਦੇ, ਜੋਗ ਜੁਗਤ ਕੀ ਕੀਮਤ ਪਾਵੈ, ਸੱਸੀਅਰ ਕਹਿ ਕਰ ਸੂਰ ਸਮਾਵੈ। ਸੱਸੀਅਰ ਕਹਿੰਦੇ ਹੈ ਚੰਦਰਮਾ ਨੂੰ, ਸੂਰ ਕਹਿੰਦੇ ਆ ਸੂਰਜ ਨੂੰ। ਕਹਿੰਦੇ ਸੱਸੀਅਰ ਦੇ ਘਰ ਸੂਰਜ ਚਲਾ ਜਾਂਦਾ, ਇਸ ਪਾਸੇ ਦੀ ਮਨ ਬੱਚੇ ਨੂੰ ਬਾਹਰ ਕੱਢਿਆ ਜਾਂਦਾ ਹੈ। ਹੁਣ ਰਾਤ ਨੂੰ ਤੇ ਇਹ ਮਨ ਬੱਚਾ ਇਸ ਦੇਸ਼ 'ਚੋਂ ਕੱਢਿਆ ਗਿਆ ਅਤੇ ਅੱਗੇ ਜਾ ਕੇ ਪਿਤਾ ਹਦਾਇਤ ਵੀ ਕਰਦਾ ਕਿ ਕਹਿੰਦਾ ਮੈਂ ਅੱਜ ਤੇ ਤੈਨੂੰ ਕਢਵਾ ਲਿਆਇਆ, ਅੱਜ ਤੇ ਮੈਂ ਕਹਿ ਦਿੱਤਾ ਕਿ ਮੇਰੇ ਬੱਚੇ ਨੂੰ ਭੇਜ ਦਿਓ, ਪਰ ਤੂੰ ਕੱਲ੍ਹ ਨੂੰ ਕੋਸ਼ਿਸ਼ ਕਰੀ, ਤੂੰ ਇੰਨਾ ਕੁ ਧਨ ਹੋਰ ਲੈ ਜਾ ਸਵਾਸਾਂ ਦਾ। ਉੱਥੇ ਜਾ ਕੇ ਤੂੰ ਇਹ ਹੀ ਸਿੱਖਣਾ ਕਿ ਕਿਵੇਂ ਮੈਂ ਦੇਹ ਤੋਂ ਵਧੇਹ ਹੋਣਾ, ਕਿੱਦਾਂ ਆਪਾਂ ਦੇਹ ਤੋਂ ਵਧੇਹ ਹੋਣਾ, ਕਿੱਦਾਂ ਅਸੀਂ ਇਹ ਦੇਹੀ ਨੂੰ ਛੱਡਣਾ, ਇਹ ਸਿੱਖਣਾ। ਆਪਾਂ ਨੇ ਗੁਰਮੁਖ ਖਾਸ ਗੱਲ ਇਹ ਸਿੱਖਣੀ ਸੀ, ਦੇਹ ਤੋਂ ਵਧੇਹ ਹੋਣਾ, ਪਰ ਨਹੀਂ ਸਿੱਖ ਪਾਏ, ਅਸੀਂ ਨਹੀਂ ਸਿੱਖ ਪਾਏ। ਇਸੇ ਕਰਕੇ ਭਗਤ ਕਬੀਰ ਨੇ ਆਖਿਆ, ਕਿਆ ਜਾਣਾ ਕਿਵ ਮਰੇਂਗੇ, ਪਤਾ ਹੀ ਨਹੀਂ ਹੈ ਵੀ ਕਿਵੇਂ ਮਰਾਂਗੇ ਅਸੀਂ। ਫਿਰ ਦੂਜੇ ਪਾਸੇ ਕਹਿਤਾ ਭਗਤ ਕਬੀਰ ਨੇ, ਕਹਿੰਦੇ ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ। ਉਹ ਕਹਿੰਦੇ ਮਰਨੇ ਨਹੀਂ ਜਾਣਿਆ ਅਸੀਂ ਗੁਰਮੁਖੋ, ਮਰਨਾ ਹੀ ਨਹੀਂ ਜਾਣਿਆ। ਮਰੀ ਜਾਂਦੇ ਹਾਂ, ਰੋਜ਼ ਮਰੀ ਜਾਂਦੇ ਹਾਂ, ਜਾਈ ਜਾਂਦੇ ਆ ਆਪਣੇ ਸੰਗੀ ਸਾਥੀ, ਪਰ ਅਸੀਂ ਮਰਨਾ ਸੀ ਰੋਜ਼, ਆਪਣੀ ਮਰਜ਼ੀ ਅਨੁਸਾਰ ਮਰਨਾ ਸੀ, ਆਪਣੀ ਮਰਜ਼ੀ ਅਨੁਸਾਰ ਅਸੀਂ ਜਿਉਂਦੇ ਹੋਣਾ ਸੀ। ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ। ਇਹ ਚੀਜ਼ਾਂ ਆਪਾਂ ਨੂੰ ਸਿੱਖਣ ਦੇ ਲਈ ਹਰ ਰੋਜ਼ ਪਿਤਾ ਸਵਾਸ ਦੇ ਕੇ, ਸਵਾਸਾਂ ਦਾ ਖਜ਼ਾਨਾ ਭਾਵ ਧਨ ਦੇ ਕੇ ਭੇਜ ਦਿੰਦਾ ਕਿ ਤੂੰ ਜਾ ਕੇ ਵਪਾਰ ਕਰ, ਉੱਥੇ ਇਹ ਚੀਜ਼ਾਂ ਸਿੱਖ। ਫਿਰ ਲਾਸਟ ਇਹ ਵੀ ਕਹਿ ਦਿੱਤਾ ਪਿਤਾ ਨੇ, ਕਹਿੰਦੇ ਜੇ ਤੂੰ ਇਹ ਸਵਾਸਾਂ ਦੇ ਧਨ ਹੁੰਦਿਆਂ ਨਾ ਸਿੱਖਿਆ, ਦੇਹ ਤੋਂ ਵਧੇ ਹੋਣਾ
ਤੂੰ ਨਾ ਸਿੱਖਿਆ ਨਾ, ਤਾਂ ਪਾਤਸ਼ਾਹ ਕਹਿੰਦੇ ਜਦੋਂ ਅੰਤ ਵੇਲਾ ਆਏਗਾ, ਜਦੋਂ ਅੰਤ ਵੇਲਾ ਆਏਗਾ ਮੈਂ ਤੈਨੂੰ ਛਡਵਾ ਕੇ ਨਹੀਂ ਲੈ ਕੇ ਆਉਣਾ, ਮੈਂ ਨਹੀਂ ਤੈਨੂੰ ਲੈ ਕੇ ਆਉਣਾ। ਫਿਰ ਕੀ ਕਰਨਾ? ਪਾਤਸ਼ਾਹ ਕਹਿੰਦੇ ਤੈਨੂੰ ਜੰਮ ਉੱਥੋਂ ਕੱਢ ਕੇ ਲੈ ਕੇ ਆਉਣਗੇ। ਮੈਂ ਤੈਨੂੰ ਉਨੀ ਦੇਰ ਉੱਥੋਂ ਕਢਵਾਵਾਂਗਾ ਜਿੰਨੀ ਦੇਰ ਤੇਰੇ ਕੋਲੇ ਸਵਾਸਾਂ ਦੀ ਪੂੰਜੀ ਹੈ, ਜਿੰਨੀ ਮੈਂ ਤੈਨੂੰ ਪਹਿਲੇ ਦਿਨ ਸੌਂਪ ਦਿੱਤੀ ਸੀ, ਦੇ ਦਿੱਤੀ ਸੀ, ਜਿੰਨੀ ਤੂੰ ਸਵਾਸਾਂ ਦੀ ਪੂੰਜੀ ਇੱਥੇ ਲਿਖ ਕੇ ਗਿਆ ਸੀ। ਕੌਣ ਲਿਖ ਕੇ ਗਿਆ ਸੀ? ਮਨ ਬੱਚਾ ਲਿਖ ਕੇ ਆਇਆ ਸੀ। ਇਹਦੇ ਕੋਲੋਂ ਲਿਖਾ ਲਿਆ ਸੀ ਕਿ ਦੱਸ ਤੈਨੂੰ ਕਿੰਨੀ ਸਵਾਸਾਂ ਦੀ ਪੂੰਜੀ ਚਾਹੀਦੀ ਹੈ, ਕਿੰਨੇ ਰਤਨ ਚਾਹੀਦੇ ਆ ਤੈਨੂੰ। ਜਿਹੜਾ ਆਪਾਂ ਪੜ੍ਹਦੇ ਹਾਂ ਨਾ, ਮਰਨ ਲਿਖਾਏ ਮੰਡਲ ਮਹਿ ਆਏ, ਉਹੀ ਪੂੰਜੀ ਗੁਰਮੁਖ ਪਿਆਰਿਓ ਉਨੇ ਦਿਨ ਮਾਲਕ ਆਪਾਂ ਨੂੰ ਕਢਵਾ ਲੈਂਦੇ ਆ। ਜਦੋਂ ਅੰਤਮ ਵੇਲਾ ਆ ਜਾਂਦਾ ਉਸ ਵੇਲੇ ਫਿਰ ਮਾਲਕ ਨਹੀਂ ਕਢਵਾਉਂਦੇ, ਮਾਲਕ ਹੁਕਮ ਨਹੀਂ ਦਿੰਦੇ। ਉਸ ਵੇਲੇ ਫਿਰ ਜੰਮ ਆ ਕੇ ਅਗਲੀ ਜੋ ਮਾਲਕ ਦੇ ਘਰ ਦਾ ਵਿਧਾਨ ਹੈ ਉਹ ਕਰਦੇ ਆ। ਹੁਣ ਅਸੀਂ ਕੀ ਕਰਨਾ ਸੀ? ਹੁਣ ਅਸੀਂ ਗੁਰਮੁਖ ਪਿਆਰਿਓ ਜਿਉਂ ਹੀ ਇਸ ਦੇਸ਼ ਦੇ ਵਿੱਚ ਆਏ ਹਾਂ, ਆਉਣ ਤੋਂ ਪਹਿਲਾਂ ਮੇਰੇ ਪਾਤਸ਼ਾਹ ਨੇ ਆਖਿਆ ਸੀ ਕਿ ਸਾਵਧਾਨ ਹੋ ਜਾਈਂ ਤੂੰ, ਤੇਰੇ ਕੋਲੇ ਰਤਨ ਹੈ, ਤੇਰੇ ਕੋਲੇ ਇਹ ਸਵਾਸਾਂ ਰੂਪੀ ਧਨ ਹੈ। ਇਸ ਧਨ ਨੂੰ ਲੁੱਟਣ ਦੇ ਲਈ ਜਿਹੜੇ ਕਾਲ ਦੇ ਏਜੰਟ ਨੇ, ਕਿਹੜੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਖੜੇ ਆ। ਇਹਨਾਂ ਨੇ ਤੇਰੇ ਕੋਲੋਂ ਉਹ ਖਜ਼ਾਨਾ ਲੁੱਟ ਲੈਣਾ। ਤੂੰ ਸਾਵਧਾਨ ਹੋਣਾ, ਉਹਨਾਂ ਨੂੰ ਖਜ਼ਾਨਾ ਨਹੀਂ ਲੁਟਾਉਣਾ। ਇਸ ਖਜ਼ਾਨੇ ਦੇ ਨਾਲ ਤੂੰ ਆਪਣਾ ਵਪਾਰ ਕਰਨਾ, ਵਪਾਰ ਕਰਕੇ ਜੋ ਕਮਾਏਂਗਾ ਧਨ ਉਸ ਨੂੰ ਵੀ ਸੰਭਾਲ ਕੇ ਰੱਖਣਾ। ਹੁਣ ਉਹ ਕਿਹੜੇ ਦੂਤ ਨੇ ਜਿਨ੍ਹਾਂ ਤੋਂ ਸਾਵਧਾਨ ਹੋਣਾ? ਉਹਨਾਂ ਦੇ ਪ੍ਰਤੀ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਮਝਾਉਣਾ ਕੀਤਾ। ਪਾਤਸ਼ਾਹ ਕਹਿੰਦੇ ਉਹ 5 ਪਹਿਰੇਦਾਰ ਨੇ, ਉਹ ਦਰ ਦੇ ਉੱਤੇ ਹੀ ਬੈਠੇ ਰਹਿੰਦੇ ਆ। ਜਦੋਂ ਇੱਧਰਲੇ ਦੇਸ਼ ਦੇ ਵਿੱਚੋਂ ਕੋਈ ਵੀ ਜੀਵ ਜਾਂਦਾ, ਉਹ ਜਾਂਦੇ ਨੂੰ ਹੀ ਲੁੱਟ ਲੈਂਦੇ ਆ। ਗੁਰਬਾਣੀ ਦੇ ਵਿੱਚ ਪਾਤਸ਼ਾਹ ਦੱਸਦੇ ਹੈ, 5 ਪਹਿਰਵਾ ਦਰ ਪਹਿਰੇ ਤੇ ਇਨਕਾ ਨਹੀਂ ਪਤਿਆਰਾ। ਪਹਿਰਵਾ ਕਹਿੰਦੇ ਆ ਪਹਿਰੇਦਾਰਾਂ ਨੂੰ, 5 ਪਹਿਰੇਦਾਰ ਕਹਿੰਦੇ ਦਰ 'ਤੇ ਰਹਿੰਦੇ ਆ, ਉਹਨਾਂ ਦਾ ਵਿਸਾਹ ਨਾ ਕਰੀ, ਉਹਨਾਂ ਦਾ ਵਿਸਾਹ ਨਾ ਕਰੀ, ਉਹ ਲੁੱਟ ਲੈਂਦੇ ਆ। 5 ਪਹਿਰਵਾ ਦਰ ਪਹਿਰੇ ਤੇ ਇਨਕਾ ਨਹੀਂ ਪਤਿਆਰਾ, ਚੇਤ ਸੁਚੇਤ ਹੋਏ ਰਹੋ ਮਨ, ਲੈ ਪ੍ਰਕਾਸ਼ ਉਜਾਰਾ। ਕਹਿੰਦੇ ਸੁਚੇਤ ਹੋ ਕੇ ਜਾਈਂ ਤੂੰ। ਹੁਣ ਸੁਚੇਤ ਆਪਾਂ ਨੇ ਕਿੱਦਾਂ ਹੋਣਾ ਸੀ? ਪੰਜਾਬੀ ਦੇ ਵਿੱਚ ਆਪਾਂ ਗੱਲ ਕਰੀਏ, ਸੁਚੇਤ ਆਪਾਂ ਨੇ ਇਹ ਹੋਣਾ ਸੀ ਗੁਰਮੁਖੋ, ਜਿਉਂ ਹੀ ਆਪਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਐਦਾਂ ਲੱਗਦਾ ਕਿ ਮੈਨੂੰ ਜਾਗ ਆ ਚੱਲੀ, ਸਮਝ ਲਓ ਅਸੀਂ ਉਸ ਦੇਸ਼ ਦੇ ਵਿੱਚੋਂ ਇਸ ਦੇਸ਼ ਦੇ ਵਿੱਚ ਆ ਗਏ। ਜਦੋਂ ਸਾਨੂੰ ਜਾਗ ਆ ਚੱਲੀ ਨਾ, ਸਮਝ ਲਓ ਅਸੀਂ ਉਸ ਦੇਸ਼ ਨੂੰ ਛੱਡ ਕੇ, ਪਰਲੋਕ ਨੂੰ ਛੱਡ ਕੇ ਲੋਕ ਦੇ ਵਿੱਚ ਆ ਗਏ। ਹੁਣ ਅਸੀਂ ਕੀ ਕਰਨਾ ਸੀ? ਜਿਉਂ ਹੀ ਅਸੀਂ ਲੋਕ ਦੇ ਵਿੱਚ ਆਏ, ਅਸੀਂ ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ, 5 ਵੱਲ, ਇਹਨਾਂ ਵੱਲ ਧਿਆਨ ਨਹੀਂ ਦੇਣਾ ਅਤੇ 3 ਗੁਣਾਂ ਦੇ ਵੱਲ ਧਿਆਨ ਨਹੀਂ ਦੇਣਾ। 3 ਗੁਣ ਅਲੱਗ ਨੇ, ਰਜੋਗੁਣ, ਸਤੋਗੁਣ ਅਤੇ ਤਮੋਗੁਣ। ਇਹਨਾਂ ਵੱਲ ਵੀ ਆਪਾਂ ਨੇ ਧਿਆਨ ਨਹੀਂ ਦੇਣਾ। ਇਹ ਕੀ ਕਰਨਾ ਫਿਰ ਆਪਾਂ ਨੇ? ਉੱਥੇ ਜਿਉਂ ਹੀ ਸਾਨੂੰ ਜਾਗ ਆਉਂਦੀ ਹੈ, ਸਾਨੂੰ ਪਤਾ ਲੱਗਦਾ, ਆਪਾਂ ਨੇ ਸਾਵਧਾਨ ਹੋ ਜਾਣਾ। ਸਾਵਧਾਨ ਹੋ ਕੇ ਸਾਡੇ ਮੁੱਖ ਦੇ ਵਿੱਚੋਂ ਨਿਕਲ ਜਾਣਾ ਚਾਹੀਦਾ, ਵਾਹਿਗੁਰੂ 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 ਵਾਹਿਗੁਰੂ। ਇੱਦਾਂ ਆਪਾਂ ਨੇ ਘੱਟੋ ਘੱਟ 10-15 ਮਿੰਟ ਉਸ ਮਾਲਕ ਦੀ ਆਰਾਧਨਾ ਕਰਨੀ ਹੈ, ਉਸ ਮਾਲਕ ਦੀ ਬੰਦਗੀ ਕਰਨੀ ਹੈ। ਜਦੋਂ ਇਸ ਤਰੀਕੇ ਨਾਲ ਆਪਾਂ ਬੰਦਗੀ ਕਰਾਂਗੇ ਤਾਂ ਗੁਰਮੁਖ ਪਿਆਰਿਓ ਆਦਤ ਬਣ ਜਾਣੀ ਹੈ। ਵਾਹਿਗੁਰੂ ਜੀ ਦਰਵਾਜ਼ਾ ਬੰਦ ਕਰਿਓ, ਖੜਖੜ ਆਉਂਦੀ ਹੈ। ਜਿਉਂ ਹੀ ਅਸੀਂ ਗੁਰਮੁਖੋ 10-15 ਮਿੰਟ ਇਹ ਸਿਮਰਨ ਕਰਾਂਗੇ ਤਾਂ ਆਸਤਾ ਆਸਤਾ ਸਾਡੇ ਅੰਦਰੋਂ ਉਹ ਅੰਮ੍ਰਿਤ ਦੀ ਧਾਰਾ ਚੱਲ ਪੈਣੀ ਹੈ। ਜਿਹੜਾ ਅੰਮ੍ਰਿਤ ਦਾ ਖੂਹ ਸਾਡੇ ਅੰਦਰ ਭਰਿਆ ਹੋਇਆ, ਉਸ ਅੰਮ੍ਰਿਤ ਧਾਰਾ ਦੇ ਵਿੱਚ ਮਨ ਬੱਚਾ ਇਸ਼ਨਾਨ ਕਰੇਗਾ। ਮਨ ਬੱਚਾ ਉਸ ਦੇ ਵਿੱਚ ਇਸ਼ਨਾਨ ਕਰੇਗਾ। ਜਦੋਂ ਮਨ ਬੱਚੇ ਦਾ ਇਸ਼ਨਾਨ ਹੋ ਗਿਆ,
ਮਨ ਬੱਚਾ ਇਸ਼ਨਾਨ ਕਰਨ ਤੋਂ ਬਾਅਦ ਕਿੱਥੇ ਜਾਂਦਾ ਹੈ? ਫਿਰ ਉਹ ਹਰਿਮੰਦਰ ਜਾਂਦਾ ਹੈ, ਹਰਿਮੰਦਰ ਨਮਸਕਾਰ ਕਰਦਾ ਹੈ। ਇਹ ਕਹਾਣੀ ਗੁਰਮੁਖੋ ਸਾਰੀ ਮਨ ਦੀ ਹੈ। ਆਪਾਂ ਇਸ ਕਹਾਣੀ ਨੂੰ ਤਨ ਦੇ ਨਾਲ ਜੋੜ ਲਿਆ। ਤਨ ਦਾ ਆਪਾਂ ਨੇ ਫਿਰ ਇਸ਼ਨਾਨ ਕਰਾਉਣਾ, ਫਿਰ ਆਪਾਂ ਨੇ ਗੁਰਬਾਣੀ ਪੜ੍ਹਨੀ ਹੈ। ਪਹਿਲਾਂ ਕੀ ਕਰਨਾ? ਪਹਿਲਾਂ ਮਨ ਦਾ ਇਸ਼ਨਾਨ ਕਰਾਉਣਾ। ਹੁਣ ਇੱਥੇ ਪਾਤਸ਼ਾਹ ਆਪਾਂ ਨੂੰ ਗੁਰਬਾਣੀ ਦੇ ਵਿੱਚ ਸਮਝਾਉਣਾ ਕਰਦੇ ਆ। ਕੀ ਕਹਿ ਰਹੇ ਆ ਪਾਤਸ਼ਾਹ ਗੁਰਬਾਣੀ ਦੇ ਵਿੱਚ? ਪਾਤਸ਼ਾਹ ਕਹਿੰਦੇ ਗੁਰ ਸਤਿਗੁਰ ਕਾਜੋ ਸਿੱਖ ਅਖਾਏ। ਜੇ ਤੁਸੀਂ ਸਿੱਖ ਕਹਾਉਂਦੇ ਹੋ ਉਸ ਮਾਲਕ ਦੇ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਭਲ ਕੇ ਉਠ ਹਰ ਨਾਮ ਧਿਆਵੈ, ਉਦਮ ਕਰੈ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤਸਰ ਨਾਵੈ। ਅਸੀਂ ਨੇ ਉਸ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ, ਉਦਮ ਕਰਨਾ ਸਵੇਰੇ ਸਵੇਰੇ। ਕਿੱਦਾਂ ਹੋਏਗਾ ਇਸ਼ਨਾਨ? ਬਸ ਦੱਸੇ ਤੋਂ ਆਪਾਂ ਨੇ ਵਿਚਾਰ ਹੋ ਗਈ ਕਿ ਜਦੋਂ ਆਪਾਂ ਸਿਮਰਨ ਕਰਦੇ ਹਾਂ ਸਾਡੇ ਅੰਮ੍ਰਿਤ ਦੀ ਧਾਰਾ ਉਹ ਚੱਲ ਪੈਂਦੀ ਹੈ, ਵਰਸ਼ਣਾ ਸ਼ੁਰੂ ਹੋ ਜਾਂਦਾ ਅੰਮ੍ਰਿਤ। ਜਿਹੜਾ ਆਪਾਂ ਪੜ੍ਹਦੇ ਹਾਂ ਨਾ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇਹ ਜਿਹੜਾ ਮਨ ਹੈ ਇਹ ਸ਼ਬਦ ਸੁਣ ਕੇ ਇਸ ਅੰਮ੍ਰਿਤ ਨੂੰ ਪੀਂਦਾ। ਜਦੋਂ ਮਨ ਬੱਚੇ ਦਾ ਇਸ਼ਨਾਨ ਹੋ ਜਾਂਦਾ ਫਿਰ ਪਾਤਸ਼ਾਹ ਕੀ ਕਹਿੰਦੇ? ਅਗਲਾ ਹੁਕਮ ਆਪਾਂ ਨੂੰ ਚੜ੍ਹੇ ਦਿਵਸ, ਚੜ੍ਹੇ ਦਿਵਸ ਗੁਰਬਾਣੀ ਗਾਵੇ। ਜਦੋਂ ਗੁਰਬਾਣੀ ਗਾਉਣ ਤੋਂ ਵਿਹਲੇ ਹੋ ਗਏ, ਜਦੋਂ ਗੁਰਬਾਣੀ ਗਾਉਣ ਤੋਂ ਵਿਹਲੇ ਹੋ ਗਏ, ਫਿਰ ਪਾਤਸ਼ਾਹ ਕਹਿੰਦੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਕਹਿੰਦੇ ਬਹਿੰਦੇ ਉੱਠਦੇ ਵੀ, ਫਿਰ ਵੀ ਇਹ ਨਹੀਂ ਕਿ ਵਿਹਲਾ ਹੋ ਗਿਆ ਤੂੰ ਗੁਰਬਾਣੀ ਪੜ੍ਹ ਕੇ। ਕਹਿੰਦੇ ਨਹੀਂ, ਫਿਰ ਵੀ ਜਦੋਂ ਤੈਨੂੰ ਸਮਾਂ ਮਿਲਦਾ ਕਹਿੰਦੇ ਤੂੰ ਫਿਰ ਉਸ ਨਾਮ ਨੂੰ ਜਪੀ ਜਾਣਾ, ਜਪੀ ਜਾਣਾ। ਇਹ ਹੈ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਅਸੀਂ ਆਪਣੇ ਲੋਕ ਦੇ ਪਰਲੋਕ ਦੇ ਵਿੱਚੋਂ ਲੋਕ ਦੇ ਵਿੱਚ ਹਾਜ਼ਰ ਹੋਣਾ। ਆ ਬੰਦ ਕਰ ਦੀ ਪੁੱਤ ਦਰਵਾਜ਼ਾ, ਚੰਗਾ। ਪਰਲੋਕ ਦੇ ਵਿੱਚ ਆ ਕੇ ਲੋਕ ਦੇ ਵਿੱਚ ਹਾਜ਼ਰ ਹੋਣਾ। ਹੁਣ ਇਹੀ ਸ਼ਾਮ ਦਾ ਵੇਲਾ ਅਤੇ ਸਾਰਾ ਦਿਨ ਆਪਾਂ ਨੇ ਕੀ ਕਰਨਾ? ਜਿਹੜਾ ਵੀ ਕਰਮ ਕਰਨਾ ਗੁਰਮੁਖੋ ਆਪਾਂ ਨੇ ਨਾ, ਉਹ ਗੁਰੂ ਦੀ ਮੱਤ ਦੁਆਰਾ ਕਰਨਾ, ਉਹ ਹਉਮੈ ਤੋਂ ਉੱਠ ਕੇ ਕਰਨਾ। ਇੱਕ ਗੱਲ ਦਾ ਸਾਰਾ ਦਿਨ ਧਿਆਨ ਰੱਖਣਾ ਕਿ ਸਾਡੀ ਇਸ ਕਾਇਆ ਦੇ ਅੰਦਰ 5 ਚੋਰ ਰਹਿੰਦੇ ਆ। ਜਿਹੜੇ ਉਹ ਚੋਰ ਨੇ ਉਹ ਸਾਡੇ ਮਨ ਨੂੰ ਪੁੱਠੀਆਂ ਸਲਾਹਾਂ ਦਿੰਦੇ ਆ, ਸਾਡੇ ਮਨ ਨੂੰ ਪੁੱਠੀਆਂ ਸਲਾਹਾਂ ਦਿੰਦੇ ਆ। ਕੀ ਕਹਿੰਦੇ ਆ ਕਿ ਤੇਰੇ ਵਰਗਾ ਤੇ ਕੋਈ ਸਿਆਣਾ ਨਹੀਂ, ਤੂੰ ਤੇ ਬਹੁਤ ਸਿਆਣਾ, ਇਹਨਾਂ ਨੂੰ ਕਿਸੇ ਨੂੰ ਕੁਛ ਨਹੀਂ ਪਤਾ। ਇਹ ਸਾਰੇ ਆਪਣੀਆਂ ਜਬੜੀਆਂ ਮਾਰਦੇ ਆ। ਕਦੋਂ ਕਹੇਗਾ? ਜਦੋਂ ਅਸੀਂ ਆਪਣੇ ਇਹਨਾਂ ਚੋਰਾਂ ਦੀ ਗੱਲ ਨੂੰ ਸੁਣਾਂਗੇ, ਉਦੋਂ ਇਹ ਸਾਨੂੰ ਕਹਿੰਦੇ ਆ। ਜੇ ਅਸੀਂ ਇਹਨਾਂ ਚੋਰਾਂ ਦੀ ਗੱਲ ਅਣਸੁਣੀ ਕਰਦਿਆ ਕਰੀਏ, ਜਿੱਦਾਂ ਰੋਜ਼ 10 ਉਦਾਹਰਨ ਦੇ ਦੌਰ ਦੇ ਉੱਤੇ ਵਿਚਾਰ ਕਰਦੇ ਸੰਗਤ ਦੇ ਨਾਲ ਕਿ ਆਪਣੇ ਦੋਨੋਂ ਕੰਨਾਂ ਦੇ ਕੋਲ ਲਾਊਡ ਸਪੀਕਰ ਲੱਗੇ ਆ। ਇੱਕ ਲਾਊਡ ਸਪੀਕਰ ਦੇ ਵਿੱਚ ਆਵਾਜ਼ ਆਉਂਦੀ ਹੈ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦੀ, ਦੂਜੇ ਲਾਊਡ ਸਪੀਕਰ ਦੇ ਵਿੱਚ ਆਵਾਜ਼ ਆਉਂਦੀ ਹੈ ਇਹਨਾਂ 5 ਚੋਰਾਂ ਦੀ। ਕੋਈ 5 ਚੋਰਾਂ ਦੇ ਵਿੱਚੋਂ ਕੁਝ ਕਹਿੰਦੇ, ਕੋਈ ਕੁਝ ਕਹਿੰਦੇ, ਕੋਈ ਕੁਝ ਕਹਿੰਦੇ। ਹੁਣ ਡਿਪੈਂਡ ਆਪਣੇ 'ਤੇ ਕਰਦਾ ਆਪਾਂ ਨੇ ਕਿਹੜੇ ਲਾਊਡ ਸਪੀਕਰ ਦੀ ਆਵਾਜ਼ ਨੂੰ ਸੁਣਨਾ। ਜੇ ਚੋਰਾਂ ਵਾਲੇ ਲਾਊਡ ਸਪੀਕਰ ਦੀ ਆਵਾਜ਼ ਨੂੰ ਸੁਣਾਂਗੇ ਤਾਂ ਗੁਰਮੁਖ ਪਿਆਰਿਓ ਉਸ ਦੇ ਨਾਲ ਆਪਾਂ ਜੰਗ ਹਾਰ ਜਾਵਾਂਗੇ, ਉਸ ਦੇ ਨਾਲ ਆਪਾਂ ਜੰਗ ਹਾਰ ਜਾਵਾਂਗੇ। ਜੇ ਆਪਾਂ ਆਪਣੇ ਗੁਰੂ ਦੇ ਮੰਤਰ ਵੱਲ ਧਿਆਨ ਦੇਵਾਂਗੇ ਉਸ ਨਾਲ ਆਪਾਂ ਜੰਗ ਜਿੱਤ ਜਾਵਾਂਗੇ। ਇਸ ਕਰਕੇ ਜਿਹੜਾ ਵੀ ਸਾਰਾ ਦਿਨ ਫਿਰ ਆਪਾਂ ਨੇ ਵਰਕ ਕਰਨਾ, ਇਹ ਚੋਰਾਂ ਤੋਂ ਬਚ ਕੇ ਕਰਨਾ। ਇਹ ਚੋਰ ਸਾਨੂੰ ਬੁਰੀ ਮੱਤ ਦਿੰਦੇ ਆ, ਚੋਰ ਸਾਨੂੰ ਪੁੱਠੀ ਮੱਤ ਦਿੰਦੇ ਆ। ਕਿਉਂ? ਚੋਰਾਂ ਦਾ ਕੰਮ ਹੈ ਸਾਨੂੰ ਹਰਾਉਣਾ, ਆਪਣਾ ਕੰਮ ਹੈ ਇਸ ਖੇਲ ਨੂੰ ਜਿੱਤਣਾ। ਇਸ ਚੀਜ਼ ਨੂੰ ਬਿਲਕੁਲ ਹੀ ਧਿਆਨ ਰੱਖਿਆ ਕਰੋ, ਸਾਵਧਾਨ ਰਿਹਾ ਕਰੋ, ਸਾਵਧਾਨ
ਇਕਾਗਰ ਚੀਤ। ਇੱਦਾਂ ਹੀ ਫਿਰਦੇ ਫਿਰਦੇ ਸ਼ਾਮ ਦਾ ਸਮਾਂ ਹੋ ਗਿਆ। ਜਦੋਂ ਸ਼ਾਮ ਦਾ ਸਮਾਂ ਹੋ ਗਿਆ ਫਿਰ ਆਪਾਂ ਨੇ ਇਹ ਕਥਾ ਸੁਣਨੀ ਹੈ। ਕਥਾ ਸੁਣਨ ਤੋਂ ਬਾਅਦ ਆਪਾਂ ਨੇ ਆਪੋ ਆਪਣੇ ਦੇਸ਼ ਚਲੇ ਜਾਣਾ। ਜਿਉਂ ਹੀ ਆਪਾਂ ਆਪਣੇ ਦੇਸ਼ ਜਾਣ ਦੀ ਤਿਆਰੀ ਕਰਦੇ ਹਾਂ ਉਸ ਵੇਲੇ ਵੀ ਸਾਨੂੰ ਗੁਰੂ ਦੀ ਮੱਤ ਦੀ ਲੋੜ ਹੈ। ਜਿਹੜੀ ਆਪਾਂ ਹੁਣ ਵਿਚਾਰ ਕਰ ਰਹੇ ਸੀ ਨਾ ਕਿ ਵੀਰ ਜੀ ਤੁਸੀਂ ਆਪੇ ਆਖਿਆ ਸੀ ਕਿ ਆਪਾਂ ਰਾਤ ਨੂੰ ਛੱਡ ਕੇ ਇਸ ਦੇਸ਼ ਨੂੰ ਚਲੇ ਜਾਂਦੇ ਹਾਂ। ਹਾਂ, ਚਲੇ ਤਾਂ ਜਾਂਦੇ ਹਾਂ ਗੁਰਮੁਖ ਪਿਆਰਿਓ ਇਸ ਦੇਸ਼ ਨੂੰ ਛੱਡ ਕੇ, ਪਰ ਅੱਗੇ ਵੀ ਪੜਾਅ ਨੇ ਕਿ ਅਸੀਂ ਆਪਣੀ ਸਹੀ ਮੰਜ਼ਿਲ 'ਤੇ ਪਹੁੰਚੇ ਹਾਂ ਜਾਂ ਅਸੀਂ ਰਸਤੇ ਦੇ ਵਿੱਚ ਹੀ ਭਟਕ ਗਏ। ਜਿਉਂ ਹੀ ਅਸੀਂ ਇਸ ਤਰਲੋਕੀ ਨੂੰ ਛੱਡਦੇ ਹਾਂ, ਇਸ ਦੇਸ਼ ਨੂੰ ਛੱਡਦੇ ਹਾਂ, ਅੱਗੇ ਤਰਲੋਕੀ ਹੈ, ਅੱਗੇ ਭਵਜਲ ਹੈ। ਅਸੀਂ ਕੀ ਕਰਦੇ ਹਾਂ ਗੁਰਮੁਖ ਪਿਆਰਿਓ, ਭਵਜਲ ਦੇ ਵਿੱਚ ਡਿੱਗ ਜਾਂਦੇ ਹਾਂ। ਜਿਹੜਾ ਤਾਂ ਜੀਵ ਗੁਰੂ ਦੀ ਮੱਤ ਦੇ ਅਨੁਸਾਰ, ਗੁਰੂ ਦੀ ਮੱਤ ਦੇ ਅਨੁਸਾਰ ਇਸ ਤਨ ਨੂੰ ਛੱਡਣਾ ਕਰਦਾ, ਜਿਹੜਾ ਜੀਵ ਗੁਰੂ ਦੀ ਮੱਤ ਦੇ ਅਨੁਸਾਰ ਦੇਹ ਤੋਂ ਵਧੇ ਹੋਣਾ ਸਿੱਖ ਗਿਆ, ਦੇਹ ਤੋਂ ਵਧੇ ਹੋਣਾ ਸਿੱਖ ਗਿਆ, ਉਹ ਜੀਵ ਇਸ ਦੇਸ਼ ਨੂੰ ਛੱਡ ਕੇ ਸੱਚਖੰਡ ਚਲੇ ਜਾਂਦੇ ਆ। ਅਤੇ ਜ਼ਿਆਦਾ ਕਰਕੇ ਜੀਵ ਆਪਣੀ ਮੱਤ ਅਨੁਸਾਰ ਨਹੀਂ ਛੱਡ ਸਕਦੇ। ਉਹਨਾਂ ਨੂੰ ਕਾਲ ਦੇ ਹੁਕਮ ਅਨੁਸਾਰ ਉਹੀ ਜੁਗਤੀ ਕਾਲ ਅਪਣਾਉਂਦਾ, ਭਵਸਾਗਰ ਨੂੰ ਬੰਦ ਕਰਦਾ, ਸੂਰਜ ਨੂੰ ਚੰਦਰਮਾ ਵਾਲੇ ਪਾਸੇ ਕਰਦਾ। ਫਿਰ ਗੁਰਮੁਖ ਪਿਆਰਿਓ ਇਹ ਆਪਣਾ ਤਰੀਕੇ ਦੇ ਨਾਲ ਰੋਜ਼ ਇਸ ਦੇਸ਼ 'ਚੋਂ ਕੱਢ ਦਿੰਦਾ, ਪਰ ਉਹ ਜੀਵ ਜਾ ਕੇ ਭਵਜਲ ਦੇ ਵਿੱਚ ਡਿੱਗ ਜਾਂਦੇ ਆ। ਸਾਰੀ ਰਾਤ ਉਹ ਭਵਜਲ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਆ ਅਤੇ ਸਵੇਰੇ ਫਿਰ ਉਹ ਵਾਪਸ ਇਸ ਲੋਕ ਦੇ ਵਿੱਚ ਆ ਜਾਂਦੇ ਆ। ਉਹ ਆਪਣੇ ਘਰ ਨਹੀਂ ਪਹੁੰਚ ਸਕਦੇ। ਜਿਹੜਾ ਉਹਨਾਂ ਦਾ ਨਿੱਜ ਘਰ ਹੈ, ਜਿਹੜਾ ਥਿਰ ਘਰ ਹੈ, ਉੱਥੇ ਨਹੀਂ ਪਹੁੰਚ ਸਕਦੇ। ਹੁਣ ਸਾਨੂੰ ਸਾਡੇ ਪਿਤਾ ਦੀ ਹਦਾਇਤ ਹੈ ਕਿ ਤੁਸੀਂ ਤਰੀਕੇ ਅਨੁਸਾਰ, ਜੁਗਤ ਅਨੁਸਾਰ ਦੇਹ ਤੋਂ ਵਧੇ ਹੋਣਾ ਸਿੱਖੋ। ਦੇਹ ਤੋਂ ਵਧੇ ਹੋਣਾ ਸਿੱਖੋ। ਕਿੱਦਾਂ ਹੋਵਾਂਗੇ ਹੁਣ ਆਪਾਂ ਪਹਿਲਾਂ ਜਿਹੜੀ ਆਪਣੀ ਪ੍ਰਕਿਰਿਆ ਚੱਲਦੀ ਹੈ, ਆਪਾਂ ਸਿਮਰਨ ਕਰ ਰਹੇ ਹਾਂ। ਦਿਨ ਅਤੇ ਰਾਤ 24 ਘੰਟੇ ਆਪਣਾ ਸਿਮਰਨ ਚੱਲਦਾ। ਫਿਰ ਸ਼ਾਮ ਨੂੰ ਆਪਣੀ ਇਕੱਠ ਕਥਾ ਹੁੰਦੀ ਹੈ। ਇਕੱਠ ਕਥਾ ਤੋਂ ਬਾਅਦ ਫਿਰ ਦੁਬਾਰਾ ਸਿਮਰਨ ਚੱਲ ਪੈਂਦਾ। ਹੁਣ ਅਸੀਂ ਨੇ ਕੀ ਕਰਨਾ ਹੈ? ਆਮ ਜੀਵ ਜਿਹੜੇ ਆਪਣੇ ਨਾਲ ਨਹੀਂ ਜੁੜੇ ਜਾਂ ਭਾਈ ਸਾਹਿਬ ਭਾਈ ਸੇਵਾ ਸਿੰਘ ਦੀ ਸੰਗਤ ਦੇ ਨਾਲ ਨਹੀਂ ਜੁੜੇ, ਉਹ ਜੀਵ ਕੀਰਤਨ ਸੋਹਲੇ ਦਾ ਪਾਠ ਕਰਦੇ ਆ। ਪਾਠ ਕਰਨ ਤੋਂ ਬਾਅਦ ਉਹ ਸਰੀਰ ਸਹਿਜ ਦੇ ਵਿੱਚ ਜਾਂਦੇ ਆ। ਬਿਲਕੁਲ ਠੀਕ ਹੈ, ਜਿੱਦਾਂ ਸਾਨੂੰ ਸਾਡੇ ਗੁਰੂਆਂ ਦੀ ਹਦਾਇਤ ਹੈ। ਪਰ ਆਪਾਂ ਨੇ ਕੀ ਕਰਨਾ ਹੈ? ਆਪਾਂ ਨੇ ਕੀਰਤਨ ਸੋਹਲੇ ਦਾ ਪਾਠ ਕਰਕੇ ਆਪਾਂ ਨੇ ਫਿਰ ਵਿਚਾਰਾਂ ਦੇ ਵਿੱਚ ਨਹੀਂ ਪੈਣਾ। ਕੀਰਤਨ ਸੋਹਲੇ ਦਾ ਪਾਠ ਕਰਕੇ ਫਿਰ ਆਪਾਂ ਦੁਬਾਰਾ ਵਿਚਾਰਾਂ ਦੇ ਵਿੱਚ ਨਹੀਂ ਜਾਣਾ। ਆਪਾਂ ਨੇ ਕੀ ਕਰਨਾ? ਕੀਰਤਨ ਸੋਹਲੇ ਦਾ ਪਾਠ ਕਰਕੇ ਉਸ ਤੋਂ ਉਪਰੰਤ ਆਪਾਂ ਨੇ ਸਿਮਰਨ ਕਰਨਾ ਸ਼ੁਰੂ ਕਰ ਦੇਣਾ। ਆਪਾਂ ਨੇ ਸਿਮਰਨ ਕਰੀ ਜਾਣਾ, ਸਿਮਰਨ ਕਰੀ ਜਾਣਾ, ਸਿਮਰਨ ਕਰੀ ਜਾਣਾ। ਕਿੰਨੀ ਕੁ ਦੇਰ ਕਰੀ ਜਾਣਾ? ਜਿੰਨੀ ਦੇਰ ਦੇਹ ਤੋਂ ਵਧੇ ਨਹੀਂ ਹੋ ਜਾਂਦੇ, ਜਿੰਨੀ ਦੇਰ ਦੇਹ ਤੋਂ ਵਧੇ ਨਹੀਂ ਹੋ ਜਾਂਦੇ, ਜਿੰਨੀ ਦੇਰ ਇਹ ਕਾਇਆ ਪੰਜ ਭੌਤਿਕ ਸਰੀਰ ਨੂੰ ਛੱਡ ਨਹੀਂ ਜਾਂਦੀ, ਉਨੀ ਦੇਰ ਆਪਾਂ ਨੇ ਸਿਮਰਨ ਕਰੀ ਜਾਣਾ। ਅਤੇ ਕੁਝ ਵਕਤ ਆਏਗਾ, ਕੁਝ ਸਮਾਂ ਆਏਗਾ ਜਦੋਂ ਸਿਮਰਨ ਕਰਦੇ ਕਰਦੇ ਹੁਣ ਇਸ ਵੇਲੇ ਗੁਰਮੁਖੋ ਆਪਣੇ ਤਿੰਨਾਂ ਦਾ ਸੰਬੰਧ ਹੈ, ਤਨ ਦਾ, ਮਨ ਦਾ ਅਤੇ ਪਾਉਣ ਦਾ। ਇਹ ਤਿੰਨ ਸੰਬੰਧ ਇਕੱਠੇ ਚੱਲ ਰਹੇ ਆ, ਤਨ, ਮਨ ਅਤੇ ਪਾਉਣ। ਫਿਰ ਜਦੋਂ ਅਸੀਂ ਆਪਣੀ ਜੁਗਤੀ ਅਨੁਸਾਰ, ਆਪਣੀ ਮੱਤ ਦੇ ਅਨੁਸਾਰ ਇਸ ਤਨ ਤੋਂ, ਦੇਹ ਤੋਂ ਵਧੇ ਹੋਵਾਂਗੇ, ਇਸ ਤਨ ਨੂੰ ਛੱਡਾਂਗੇ, ਉਸ ਵੇਲੇ ਸੰਬੰਧ ਰਹਿ ਜਾਣਾ ਤਨ ਦਾ ਅਤੇ ਪਾਉਣ ਦਾ। ਜਿਹੜਾ ਮਨ ਦਾ ਸੰਬੰਧ ਹੈ ਉਹ ਗੁਰਮੁਖ ਪਿਆਰਿਓ ਅਲੱਗ ਹੋ ਜਾਏਗਾ। ਮਨ ਆਪਣੇ ਘਰ ਚਲਾ ਜਾਏਗਾ। ਉਸ ਵੇਲੇ ਜਿਹੜੇ ਜੀਵ ਗੁਰੂ ਦੀ ਮੱਤ ਦੇ ਅਨੁਸਾਰ ਇਸ ਦੇਹ ਤੋਂ ਵਧੇ ਹੁੰਦੇ ਹੈ, ਉਹ ਕਿੱਦਾਂ ਹੁੰਦੇ ਹੈ? ਉਹ ਸਿਮਰਨ ਕਰਦੇ ਹੈ,
लम्मे सवासां दे नाल करदे है, धुन दे विच ध्यान रख के करदे आ। जिहड़ा ध्यान है वो धुन दे विच एकागर कर लैंदे है अते लम्मे सवासां दे नाल करदे है वाह गुरु वाह गुरु। फिर इस तो भी लम्मा लै जांदे आ सवास, इस तो भी लम्मा सवास करते करते उन्होंने नाम की खुमारी चढ़ जाती है, नाम की खुमारी चढ़ जाती है। जदों नाम की खुमारी चढ़ती है तो चढ़ते चढ़ते एक वक्त एक सैकेंड ऐदां दा आउंदा है जदों मन तन तो अलग हो जाता है, मन 10वें द्वार चला जाता है। ये 9 द्वारियां दा जिहड़ा संबंध है ये पाउण दे नाल रह जाता है। उस वेले गुरमुख प्यारिओ जिहड़े मन इस तरीके नाल भवजल नूं पार करदे है वो मन बच्चे सचखंड चले जाते हैं अते उन्हां दी निशानी कि उन्हां दा जिहड़ा सिमरन है वो कंटीन्यूज चल रहा है। रात नूं उन्हां दा सिमरन बंद नहीं होया। उन्हां जीवां नूं सुपने नहीं आउणगे, उन्हां जीवां नूं तरलोकी दे सुपने नहीं आउणगे गुरमुखो। वो अपने सचखंड जाके बह जाणगे। उत्थे फिर मालिक दे भगत दे नाल गोष्ठ हुंदी है, विचार हुंदी है, उत्थों सवेर हुंदी है, वो वापस आ जाते आ। आपां ने ये करना कि हर रोज़ जदों जागना जदों सौना आपां ने उस वेले गुरु दी मत नूं अपनाउणा। आपां ने टीवी वेख के मोबाइल वेख के गप्पां मार के ना तो आपां ने सौना ते ना ही आपां ने उठना है कि उठण सार उठो फटाफट टीवी का बटन दब लो। बेशक गुरमुखो टीवी के बटन दब के तुसी गुरबाणी ही लाउने हो, नहीं, पहला सानू साडे गुरु की हदायत है, पहला असी मन का इशनान कराउणा है उठण सार। जदों मन का इशनान हो गया ना फिर अगलिया कार्य करने और वो भी सिमरन करते करते करने। पातशाह की कहते हैं सिमर सिमर हर कारण करना। जिहड़ा भी कर्म करना है वो सिमरन करते करते करना। इस तरीके नाल गुरमुख प्यारिओ असी सौना ते जागना, सौना ते जागना उन्हां दा प्रवान हुंदा है जिहड़े गुरु दी मत नूं मूहरे रखते है, अपनी मत नूं छड्डण दी कोशिश करते हैं। हुण आपां उस मालिक दे चरनां दे विच इकट्ठे होए आ सारे, आपां इकट्ठे मालिक नूं कुछ देर वाजा मार लईए, बापू नूं वाजा मार लईए, कुछ सवास इकट्ठे थोक दे रूप दे विच आपां गुरमुख प्यारिओ कमा लईए, थोक दे विच धन इकट्ठा कर लईए आपां। इस करके सारिਆਂ ने एक मन एक चित्त होके एकाग्र होके फुरनिया तो ये दुश्मनों तो दूर होके ये ज्यों ही आप सिमरन करांगे इन्हां दा काम है मन नूं उड़ा के लैके जाना। उन्हां दा काम है इस किले चों मन नूं बाहर करना, पर अपना काम है इस किले दे विच हाज़र रह के उन्हां दे नाल युद्ध करना। किहदे नाल? पंजां चोरां दे नाल युद्ध करना। बस उही रोज़ दी प्रक्रिया जदों अंदर पाउण जांदी है वाह ते बाहर पाउण आउंदी है गुरु। नेत्रां नूं बंद रखना, अपनी आवाज़ नूं आप सुनना। बस ये 3-4 चीज़ां हमेशा हर रोज़ याद करिया करो कि नेत्रां नूं बंद रखना, अपनी आवाज़ नूं आप सुनना। करो जी शुरू। वाहिगुरू 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 वाहिगुरू
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਆਪਾਂ ਨੇ ਸਾਰਿਆਂ ਨੇ ਮਾਲਕ ਦੀ ਵਡਿਆਈ ਕਰਨੀ ਹੈ, ਮਾਲਕ ਦੇ ਗੁਣ ਗਾਉਣੇ ਹੈ। ਸੌਣ ਦਾ ਤਰੀਕਾ ਆਪਾਂ ਨੇ ਸਿੱਖਣਾ ਹੈ, ਉੱਠਣ ਦਾ ਤਰੀਕਾ ਆਪਾਂ ਨੇ ਸਿੱਖਣਾ ਹੈ। ਅੱਜ ਦੀ ਹਾਜ਼ਰੀ ਆਪਾਂ ਇੰਨੀ ਕੁ ਲਾਵਾਂਗੇ, 5 ਮਿੰਟ ਫਿਰ ਆਪਾਂ ਬਾਅਦ ਦੇ ਵਿੱਚ ਕੁਝ ਵਿਚਾਰਾਂ ਥੋੜ੍ਹੀਆਂ ਲੰਮੀਆਂ ਹੋ ਜਾਂਦੀਆਂ ਨੇ। ਥੋੜ੍ਹਾ ਆਪਾਂ ਜਿਹੜਾ ਪਰਸੋਂ ਨੂੰ ਕੈਂਪ ਹੈ, ਕੱਲ੍ਹ ਨੂੰ ਹੀ ਕੈਂਪ ਹੈ ਆਪਣਾ, ਆਪਾਂ ਉਸ ਦੇ ਪ੍ਰਤੀ ਕੁਝ ਵਿਚਾਰ ਕਰਨੀ ਹੈ। ਪਹਿਲਾਂ ਇੱਥੇ ਇੰਨੀ ਕੁ ਹਾਜ਼ਰੀ ਗੁਰਮੁਖ ਪਾਰਿਓ ਪ੍ਰਵਾਨ ਕਰਿਓ। ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਗੁਰਬਾਣੀ ਗੁਰੂ ਅਤੇ ਆਪ ਰੱਬ ਰੂਪ ਸੰਗਤ ਬਖਸ਼ਣ ਜੋਗੋਂ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ